ਈਸੈ ਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਵਰੂਪ, ਗੁਰੂ ਕਾ ਖਾਸ ਰੂਪ। ਗੁਰੂ ਖਾਲਸਾ ਗੁਰ ਸੰਗਤ ਜੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ, ਜੋ ਕਿ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਵਿਰਾਜਮਾਨ, ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪ ਦੀ ਪ੍ਰਕਾਸ਼ ਦੀ ਸੇਵਾ ਹੋਈ। ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਦੇ ਜਾਪ, ਸ੍ਰੀ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ, ਹਜ਼ੂਰੀ ਰਾਗੀ ਸਿੰਘਾਂ ਪਾਸੋਂ ਬੜੀ ਭਾਵਨਾ ਦੇ ਨਾਲ ਆਪ ਸੰਗਤ ਨੇ ਸ਼ਰਵਣ ਕੀਤੇ ਹੈ। ਆਪ ਜੀ ਨੂੰ ਪਤਾ ਹੀ ਹੈ ਕਿ 20 ਦਸੰਬਰ ਤੋਂ ਲੈ ਕੇ 28 ਤਰੀਕ ਤੱਕ ਧੰਨ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਭ ਕਾਇਨਾਤ ਦੇ ਵਾਸਤੇ, ਜੋ ਜਗਤ ਦੇ ਭਲੇ ਵਾਸਤੇ, ਅਤਿਆਚਾਰ ਨੂੰ ਰੋਕਣ ਵਾਸਤੇ ਮਹਾਰਾਜ ਨੇ ਆਪਣੇ ਪਰਿਵਾਰ, ਆਪਣੇ ਲਾਲ, ਆਪਣੇ ਸਿੰਘ ਕੌਮ ਦੇ ਉੱਪਰੋਂ ਸ਼ਹੀਦ ਕਰਵਾ ਦਿੱਤੇ। ਜਿਨ੍ਹਾਂ ਦੀ ਸ਼ਹੀਦੀ ਜਦੋਂ ਇਤਿਹਾਸ ਪੜ੍ਹਦੇ ਸੁਣਦੇ ਹਾਂ, ਅਤੇ ਉਸ ਵਕਤ ਇੱਕ ਵੈਰਾਗ ਇੰਨਾ ਉਪਜਦਾ, ਪੈਦਾ ਹੁੰਦਾ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗੁਰਸੰਗਤ ਜੀ, ਜੋ ਅੱਜ ਤੱਕ ਇਹ ਸੰਸਾਰ ਦੇ ਵਿੱਚ ਨਹੀਂ ਹੋਇਆ ਕਿ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਕੋ ਕੇ ਸ਼ਹੀਦ ਕੀਤਾ ਜਾਵੇ, ਮਾਰਿਆ ਜਾਵੇ। ਅਤੇ ਉਹਨਾਂ ਨੇ ਧਰਮ ਦੀ ਖਾਤਰ ਆਪਣੇ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ, ਮਾਤਾ ਗੁਜਰ ਕੌਰ ਜੀ ਦੇ ਵਚਨਾਂ ਨੂੰ ਪੁਗਾਉਂਦਿਆਂ ਹੋਇਆਂ
ਸ਼ਹੀਦੀਆਂ ਪਾ ਲਈਆਂ। ਅਤੇ ਆਪ ਜੀ 2 ਦਿਨ ਹੋ ਗਏ ਹੈ ਜੋ ਇਤਿਹਾਸ ਸ਼੍ਰਵਣ ਕਰਦੇ ਆ ਰਹੇ ਹੋ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਛੱਡਦੇ ਹੈ। ਆਨੰਦਗੜ੍ਹ ਦਾ ਕਿਲ੍ਹਾ 6 ਪੋਹ ਨੂੰ ਤਿਆਗਦੇ ਹੈ। 12 ਕੁ ਵਜੇ ਰਾਤ ਨੂੰ ਚਲਦਿਆਂ ਚਲਦਿਆਂ ਜਦੋਂ ਅੰਮ੍ਰਿਤ ਵੇਲਾ ਹੁੰਦਾ, ਮਹਾਰਾਜ ਸਰਸਾ ਨਦੀ 'ਤੇ ਪਹੁੰਚਦੇ ਹੈ। 7 ਪੋਹ ਦਾ ਅੰਮ੍ਰਿਤ ਵੇਲਾ, ਮਹਾਰਾਜ ਸਰਸਾ ਨਦੀ 'ਤੇ ਹੈ। 7 ਪੋਹ ਤੋਂ ਅੰਮ੍ਰਿਤ ਵੇਲੇ ਤੋਂ ਜਦੋਂ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਅਤੇ ਹੋਰ ਗੁਰੂ ਕੇ ਸਿੰਘ ਜੋ ਸਰਸਾ ਨਦੀ ਦੇ ਉਹ ਟਿੱਬੀ ਸਾਹਿਬ ਗੁਰਦੁਆਰਾ ਹੈ ਉੱਥੇ ਸ਼ਹੀਦ ਹੋ ਜਾਂਦੇ ਆ, ਸ਼ਹੀਦੀਆਂ ਪਾ ਲੈਂਦੇ ਆ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਤੋਂ ਪਾਰ ਕਰਕੇ ਗੁਰਸੰਗਤ ਜੀ ਮਹਾਰਾਜ ਚੱਲਦੇ ਹੈ। ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਇਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਅਤੇ ਇਹਨਾਂ ਦੀਆਂ 2 ਸੇਵਾਦਾਰਨੀਆਂ ਸਨ, ਉਹਨਾਂ ਦੇ ਨਾਲ ਸਤਿਗੁਰੂ ਜੀ ਭੇਜਦੇ ਹੈ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦੇ ਨਾਲ 4 ਬੀਬੀਆਂ ਰਿਹਾ ਕਰਦੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਜੋ ਸਰਸਾ ਨਦੀ ਦੇ ਕੋਲੇ ਜਿਹੜੀ ਜੰਗ ਹੋਈ ਹੈ, ਉੱਥੇ ਜੰਗ ਦੇ ਵਿੱਚ ਉਹ ਬੀਬੀ ਸ਼ਹੀਦੀ ਪਾ ਗਈ ਅਤੇ ਇੱਕ ਜਿਹੜਾ ਕੋਟਲਾ ਨਿਹੰਗ ਖਾਂ ਸੀ, ਉਸ ਬੀਬੀ ਨੂੰ ਚੁੱਕ ਕੇ ਲੈ ਗਏ ਸਨ, ਉੱਥੇ ਸ਼ਹੀਦੀ ਪਾ ਲਈ ਹੈ। ਆਪ ਜੀ ਨੇ ਕੱਲ੍ਹ ਇਤਿਹਾਸ ਸ਼੍ਰਵਣ ਕੀਤਾ ਸੀ। ਇੱਧਰ 2 ਜਿਹੜੀਆਂ ਬੀਬੀਆਂ ਸੀ ਉਹ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਦੇ ਨਾਲ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਧੰਨਾ ਸਿੰਘ ਅਤੇ ਹੋਰ ਗੁਰੂ ਕੇ ਸਿੰਘ ਨਾਲ ਸਨ। ਇਹ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਦਿੱਲੀ ਵੱਲ ਨੂੰ ਰਵਾਨਾ ਹੋਵੋ। ਜਦੋਂ ਇਹ ਦਿੱਲੀ ਵੱਲ ਚੱਲੇ ਹੈ ਤਾਂ ਰਸਤੇ ਦੇ ਵਿੱਚ ਰੋਪੜ ਰੁਕੇ ਹੈ। ਰੋਪੜ ਰੁਕਦੇ ਹੈ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਭਾਈ ਜਵਾਹਰ ਸਿੰਘ ਦੇ ਕੋਈ ਬਹੁਤ ਹੀ ਪਿਆਰ ਵਾਲੇ ਰਿਸ਼ਤੇਦਾਰ ਸਨ, ਵਿਸ਼ਵਾਸੀ ਰਿਸ਼ਤੇਦਾਰ ਸਨ, ਉਹਨਾਂ ਦੇ ਘਰ ਦੇ ਵਿੱਚ ਰੁਕਦੇ ਹੈ। ਇੱਕ ਰਾਤ ਮਾਤਾ ਜੀ ਰੋਪੜ ਕੱਟਦੇ ਹੈ। ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ ਹੈ, ਕਿਉਂਕਿ ਛੋਟੇ ਛੋਟੇ ਲਾਲ ਪੁੱਤਰ ਪਤਾ ਨਹੀਂ ਕਿਸ ਅਵਸਥਾ ਦੇ ਵਿੱਚ ਹੋਣਗੇ। ਹਰ ਵਕਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹਿਣ ਵਾਲੀਆਂ ਮਾਤਾਵਾਂ ਅੱਜ ਆਪਣੇ ਪਤੀ ਗੁਰੂ ਤੋਂ ਦੂਰ ਹਨ। ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦੇ ਉੱਪਰ ਚੌਰ ਢੁੱਲਦਾ ਹੈ, ਮਹਾਰਾਜ ਮਖਮਲੀ ਗੱਦਿਆਂ 'ਤੇ ਆਰਾਮ ਕਰਦੇ ਹੈ। ਗਰੀਬ ਨਵਾਜ਼ ਦੇ ਕੋਲ 4 ਚਫੇਰੇ ਸਿੰਘਾਂ ਦਾ ਜਿਹੜਾ ਕਾਫਲਾ ਰਹਿੰਦਾ ਹੈ, ਸੇਵਾਦਾਰ ਰਹਿੰਦੇ ਹੈ। ਅਤੇ ਅੱਜ ਸੱਚੇ ਪਾਤਸ਼ਾਹ ਪਤਾ ਨਹੀਂ ਕਿਹੜੇ ਰਸਤੇ ਦੇ ਵਿੱਚ ਜਾਂਦੇ ਹੋਣਗੇ, ਕੋਈ ਸੇਵਾਦਾਰ ਹੋਵੇਗਾ ਜਾਂ ਨਹੀਂ ਹੋਵੇਗਾ। ਮਾਤਾ ਜੀ ਇਹਨਾਂ ਚਿੰਤਾਵਾਂ ਦੇ ਵਿੱਚ ਹਨ। ਜਦੋਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਰੋਪੜ ਦੇ ਵਿੱਚ ਹੈ, ਭਾਈ ਮਨੀ ਸਿੰਘ ਸਾਰੀ ਰਾਤ ਇਹਨਾਂ ਨੇ ਪਹਿਰਾ ਦਿੱਤਾ ਕਿ ਕੋਈ ਤੁਰਕ ਆ ਕੇ ਹਮਲਾ ਨਾ ਕਰ ਦਵੇ, ਕੋਈ ਪਠਾਨ ਆ ਕੇ ਹਮਲਾ ਨਾ ਕਰ ਦਵੇ। ਅਤੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਨੂੰ ਆਰਾਮ ਕਰਨ ਦੇ ਵਾਸਤੇ ਆਖਿਆ। ਪਰ ਜਿਨ੍ਹਾਂ ਦੇ ਕੋਲੋਂ ਸਾਰਾ ਪਰਿਵਾਰ ਵਿਛੜ ਗਿਆ ਹੋਵੇ, ਹੱਸਦਾ ਵਸਦਾ ਪਰਿਵਾਰ, ਇੱਕੋ ਦਮ ਕੋਈ ਐਸੀ ਖੇਡ ਵਾਪਰੀ ਕਿ ਸਾਰਾ ਪਰਿਵਾਰ ਵਿਛੜ ਗਿਆ, ਅਤੇ ਉਹ ਮਾਤਾਵਾਂ ਨੂੰ ਕਿਵੇਂ ਨੀਂਦ ਆ ਸਕਦੀ ਹੈ। ਮਾਤਾ ਜੀ ਆਰਾਮ ਕਰਦੇ ਆ ਪਰ ਨੀਂਦ ਨਹੀਂ ਆਉਂਦੀ। ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ ਪਹਿਰੇ 'ਤੇ ਹੈ, ਭਾਈ ਧੰਨਾ ਸਿੰਘ ਪਹਿਰੇ 'ਤੇ ਹੈ। ਗੁਰਸੰਗਤ ਜੀ ਜਦੋਂ
ਅੰਮ੍ਰਿਤ ਵੇਲਾ ਹੋਇਆ, ਸਾਰਿਆਂ ਨੇ ਸ਼ੌਚ ਇਸ਼ਨਾਨ ਕੀਤੀ ਹੈ। ਪਤਾ ਲੱਗਿਆ ਕਿ ਇੱਥੇ ਵੀ ਹਕੂਮਤ ਦਾ ਬਹੁਤ ਜ਼ਿਆਦਾ ਜ਼ੋਰ ਹੈ। ਤਾਂ ਮਾਤਾ ਜੀ ਨੇ, ਭਾਈ ਮਣੀ ਸਿੰਘ, ਜਵਾਹਰ ਸਿੰਘ ਨੇ, ਇਹਨਾਂ ਨੇ ਭੇਸ ਵਟਾ ਲਿਆ, ਪਠਾਣਾ ਵਾਲਾ ਭੇਸ ਧਾਰਨ ਕੀਤਾ ਹੈ। ਪਠਾਣਾ ਵਾਲਾ ਲਿਬਾਸ ਧਾਰਨ ਕਰਕੇ ਤੇ ਇਹ ਗੱਡਿਆਂ ਦੇ ਉੱਪਰ ਸਵਾਰ ਹੋ ਕੇ ਤੇ ਦਿੱਲੀ ਵੱਲ ਭਾਈ ਸਾਹਿਬ, ਭਾਈ ਜਵਾਹਰ ਸਿੰਘ, ਇਹ ਦਿੱਲੀ ਦੇ ਰਹਿਣ ਵਾਲੇ ਸੀ। ਭਾਈ ਜਵਾਹਰ ਸਿੰਘ ਗੁਰੂ ਮਹਾਰਾਜ ਜੀ ਦੇ ਸਿੱਖ ਸਨ। ਇਹ ਦਿੱਲੀ ਦੇ ਰਹਿਣ ਵਾਲੇ ਸੀ। ਦਿੱਲੀ ਮਾਤਾ ਜੀ ਨੇ ਜਾ ਕੇ ਆਪਣਾ ਨਿਵਾਸ ਕੀਤਾ, ਭਾਵ ਦਿੱਲੀ ਠਹਿਰੇ ਹੈ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਰਸਾ ਨਦੀ ਮਹਾਰਾਜ ਪਾਰ ਕਰਦੇ ਹੈ, ਸਭ ਕੁਝ ਹੀ ਵਿਛੜ ਜਾਂਦਾ ਹੈ। ਪਹਿਲਾਂ ਤਾਂ ਛੋਟੇ ਸਾਹਿਬਜ਼ਾਦੇ ਵਿਛੜ ਗਏ, ਮਾਤਾ ਗੁਜਰ ਕੌਰ ਵਿਛੜ ਗਈ। ਫਿਰ ਕੋਈ ਬਜ਼ੁਰਗ ਮਾਤਾਵਾਂ ਸਨ, ਕੋਈ ਬਜ਼ੁਰਗ ਵੀਰ ਭਾਈ ਸੀ, ਬੱਚੇ ਸੀ, ਪਤਾ ਨਹੀਂ ਕਿੰਨੇ ਕੁ ਸਰਸਾ ਨਦੀ ਦੀ ਭੇਟ ਚੜ੍ਹ ਗਏ। ਸਰਸਾ ਨਦੀ ਦੇ ਵਹਾਅ ਦੇ ਵਿੱਚ ਵਹਿ ਗਏ। ਜਿਹੜੇ ਇੰਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਦਿਆ ਸਾਗਰ ਵਰਗੇ ਲਿਖੇ ਹੋਏ ਗ੍ਰੰਥ, ਉਹ ਸਰਸਾ ਨਦੀ ਦੇ ਭੇਟ ਚੜ੍ਹਦੇ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਖੋਇਆ ਹੀ ਨਾ ਹੋਵੇ, ਕੁਝ ਗਰੀਬ ਨਿਵਾਜ ਦਾ ਨੁਕਸਾਨ ਹੀ ਨਾ ਹੋਇਆ ਹੋਵੇ, ਮਹਾਰਾਜ ਫਿਰ ਵੀ ਇਸੇ ਤਰ੍ਹਾਂ ਹੀ ਚੱਲ ਰਹੇ ਹੈ। ਮਹਾਰਾਜ ਜੀ ਦੇ ਚਿਹਰੇ 'ਤੇ ਰੂਹਾਨੀ ਰੌਣਕ ਹੈ ਕਿ ਜਿਵੇਂ ਮਹਾਰਾਜ ਕਹਿੰਦੇ ਹੋਣ ਕਿ ਵਾਹਿਗੁਰੂ, ਇਹ ਤੇਰਾ ਸਭ ਕੁਝ ਦਿੱਤਾ ਸੀ, ਤੂੰ ਆਪਣੇ ਚਰਨਾਂ ਦੇ ਵਿੱਚ ਇਹਨਾਂ ਨੂੰ ਲੈ ਲਿਆ, ਇਹ ਸਭ ਕੁਝ ਤੇਰੀ ਦਿੱਤੀ ਦਾਤ ਸੀ, ਇਹ ਮੈਂ ਸਭ ਕੁਝ ਤੈਨੂੰ ਸੌਂਪ ਚੱਲਿਆ। ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਣ, ਇਹ ਮਹਾਰਾਜ ਜੀ ਦੇ ਚਿਹਰੇ 'ਤੇ ਰੂਹਾਨੀ ਰੌਣਕ ਸੀ। ਭਾਵੇਂ ਵੀਰ ਰਸ ਮਹਾਰਾਜ ਜੀ ਦੇ ਮਨ ਦੇ ਵਿੱਚ ਸੀ ਕਿ ਪਹਾੜੀ ਰਾਜਿਆਂ ਨੇ ਭਾਗਵਤ ਗੀਤਾ ਦੀ ਸਹੁੰ ਚੁੱਕੀ ਹੈ, ਤੁਰਕਾਂ ਨੇ ਕੁਰਾਨ ਦੀ ਸਹੁੰ ਚੁੱਕ ਲਈ ਹੈ, ਤੇ ਸਹੁੰ ਚੁੱਕ ਕੇ ਵੀ ਇਹਨਾਂ ਨੇ ਇਸ ਤਰ੍ਹਾਂ ਕੀਤਾ, ਇਹਨਾਂ ਨੇ ਹੱਲੇ ਬੋਲੇ ਹੈ। ਤੇ ਮਹਾਰਾਜ ਦੇ ਮਨ ਦੇ ਵਿੱਚ ਵੀਰ ਰਸ ਭਾਵੇਂ ਸਰੀਰ ਦੇ ਵਿੱਚ ਸੀ, ਪਰ ਫਿਰ ਵੀ ਜਿਹੜੀ ਚਿਹਰੇ 'ਤੇ ਰੂਹਾਨੀ ਰੌਣਕ, ਉਹ ਸਿੰਘ ਤੱਕ ਰਹੇ ਹੈ। ਮਹਾਰਾਜ ਜੀ ਘਨੌਲੇ ਨਗਰ ਦੇ ਵਿੱਚ ਆਉਂਦੇ ਹੈ। ਘਨੌਲੇ ਨਗਰ ਤੋਂ ਮਹਾਰਾਜ ਚੱਲਦੇ ਚੱਲਦੇ ਗਰੀਬ ਨਵਾਜ ਫਿੱਡੇ ਪਿੰਡ, ਇਹ ਇੱਕ ਨਾਮ ਹੈ ਪਿੰਡ ਦਾ, ਫਿੱਡੇ ਪਿੰਡ। ਫਿੱਡੇ ਪਿੰਡ ਤੋਂ ਮਹਾਰਾਜ ਲੋਧੀ ਮਾਜਰਾ ਪਹੁੰਚਦੇ ਹੈ। ਗੁਰਸੰਗਤ ਜੀ, ਲੋਧੀ ਮਾਜਰਾ ਤੋਂ ਚਲਦੇ ਚਲਦੇ ਮਹਾਰਾਜ ਕੋਟਲੇ ਪਹੁੰਚਦੇ ਹੈ, ਜਿਹੜਾ ਆਪ ਸੰਗਤ ਇਤਿਹਾਸ ਸ਼ਰਵਣ ਕਰਦੇ ਹੋ ਵਾਹਿਗੁਰੂ। ਉਸ ਤੋਂ ਪਹਿਲਾਂ ਮਹਾਰਾਜ ਰੋਪੜ ਪਹੁੰਚਦੇ ਹੈ। ਰੋਪੜ ਪਹੁੰਚ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਰੋਪੜੀਆਂ ਦੇ ਨਾਲ, ਇਹਨਾਂ ਦੇ ਨਾਲ ਜੰਗ ਹੁੰਦੀ ਹੈ। ਇਹ ਉਹ ਰੋਪੜੀਏ ਹੈ, ਪਠਾਨ ਰੋਪੜੀਏ, ਇਹਨਾਂ ਨੂੰ ਪਠਾਨ ਕਿਹਾ ਜਾਂਦਾ ਹੈ, ਕਿ ਇਹਨਾਂ ਦੇ ਵਿੱਚੋਂ ਅੱਧੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਆਨੰਦਪੁਰ ਸਾਹਿਬ ਦੇ ਵਿੱਚ ਇਹ ਨੌਕਰੀਆਂ ਵੀ ਕਰਿਆ ਕਰਦੇ ਸੀ। ਮਹਾਰਾਜ ਜੀ ਦੇ ਦਰ 'ਤੇ ਸੇਵਾ ਵੀ ਕਰਿਆ ਕਰਦੇ ਸਨ। ਇਹ ਰੋਪੜੀਆਂ ਦੇ ਵਿੱਚੋਂ, ਪਠਾਣਾਂ ਦੇ ਵਿੱਚੋਂ ਅੱਧੇ ਐਸੇ ਆ ਜਿਹੜੇ ਮਹਾਰਾਜ ਦੇ ਕੋਲੇ ਰਹਿੰਦੇ ਸਨ, ਉਹ ਵੀ ਦੁਸ਼ਮਣ ਬਣ ਗਏ। ਅੱਜ ਇਹਨਾਂ ਨੇ ਮਹਾਰਾਜ ਜੀ ਦੇ ਉੱਪਰ ਹੱਲਾ ਬੋਲਿਆ, ਤੇ ਗੁਰੂ ਕੇ ਸਿੰਘਾਂ ਨੇ ਤੇਗ ਦੀ ਜਿਹੜੀ ਧਾਰ ਹੈ ਉਹ ਇਹਨਾਂ ਨੂੰ ਛਕਾਈ ਹੈ। ਭਾਵ ਬਹੁਤ ਭਾਰੀ ਇੱਥੇ ਜੰਗ ਮਹਾਰਾਜ ਜੀ ਦੇ ਨਾਲ ਹੋਇਆ, ਸਿੰਘਾਂ ਦੇ ਨਾਲ ਹੋਇਆ, ਤੁਰਕਾਂ ਦੇ ਨਾਲ, ਪਠਾਣਾਂ ਦੇ ਨਾਲ ਹੋਇਆ। ਜਦੋਂ ਪਠਾਣਾਂ ਦੇ ਨਾਲ ਰੋਪੜ ਦੇ ਵਿੱਚ ਜੰਗ ਹੁੰਦਾ ਹੈ, ਗੁਰਸੰਗਤ ਜੀ, ਇਹ ਜੰਗ ਦੇ ਅੰਦਰ ਬਹੁਤ ਜ਼ਿਆਦਾ ਸਿੰਘ ਵੀ ਸ਼ਹੀਦ ਹੁੰਦੇ ਹੈ। ਤੇ ਇੱਥੇ ਜਿਹੜੇ ਰੋਪੜੀਏ ਸਨ, ਪਠਾਣੀਏ ਸਨ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਆਪਣੇ ਮਾਰ ਝੱਲਣੀ ਪਈ ਹੈ। ਕੁਝ ਤਾਂ ਮਾਰੇ ਗਏ, ਕੁਝ ਦੌੜ ਗਏ ਹੈ, ਭੱਜ ਗਏ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਚੱਲਦੇ ਹੈ, ਫਿਰ ਕੋਟਲੇ ਪਹੁੰਚਦੇ ਆ। ਕੋਟਲਾ ਨਿਹੰਗ ਖਾਂ ਆਪ ਜੀ ਨੇ ਸ਼ਰਵਣ ਕੀਤਾ ਹੈ। ਇਹ ਬੜਾ ਪ੍ਰੇਮ ਵਾਲਾ ਗੁਰੂ ਕਾ ਸਿੱਖ ਹੈ, ਭਾਵੇਂ ਹੈ ਮੁਸਲਮਾਨ ਹੈ, ਪਰ ਅੰਦਰ ਪ੍ਰੇਮ ਬੜਾ ਹੈ ਇਹਦੇ। ਕੋਟਲਾ ਨਿਹੰਗ ਖਾਂ, ਇਹ ਨਿਹੰਗ ਖਾਂ ਉਹ ਹੈ, ਕਿਸੇ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਘਰ ਦੇ ਵਿੱਚ ਠਹਿਰੇ ਸੀ, ਘਰ ਦੇ ਵਿੱਚ ਆਏ ਸੀ, ਚਰਨ ਪਾਏ ਸੀ ਮਹਾਰਾਜ ਨੇ। ਫਿਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਇਹਦੇ ਘਰ ਦੇ ਵਿੱਚ ਠਹਿਰੇ ਸਨ, ਮਹਾਰਾਜ ਨੇ ਚਰਨ ਪਾਏ ਸੀ। ਦੋ ਗੁਰੂ ਸਾਹਿਬਾਨ
ਤੇ ਤੀਸਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹ 4 ਵਾਰੀ ਨਿਹੰਗ ਖਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਆ ਗੁਰਸੰਗਤ ਜੀ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਨੇ ਜਦੋਂ ਭੰਗਾਣੀ ਦਾ ਜੰਗ ਕੀਤਾ ਤੇ ਮਹਾਰਾਜ ਨੇ ਫਤਿਹ ਪਾਈ ਹੈ, ਤੇ ਪਾਂਵਟੇ ਵੱਲ ਮਹਾਰਾਜ ਹੁੰਦਿਆਂ ਹੋਇਆਂ ਇਹ ਕੋਟਲੇ ਨਿਹੰਗ ਖਾਂ ਦੇ ਘਰ ਦੇ ਵਿੱਚ ਮਹਾਰਾਜ ਠਹਿਰੇ ਹੈ। ਇਹ ਪਹਿਲੀ ਰਾਤ 1 ਦਿਨ ਮਹਾਰਾਜ ਠਹਿਰੇ ਹੈ। ਦੂਸਰੇ ਦਿਨ ਦੂਸਰੀ ਵਾਰੀ ਵਾਹਿਗੁਰੂ ਜਦੋਂ ਕੋਟਲਾ ਨਿਹੰਗ ਖਾਂ, ਇਸ ਦੇ ਜਿਹੜੇ ਸੁਪੁੱਤਰ ਸੀ, ਇਹਦਾ ਪੁੱਤਰ ਆਲਮ ਖਾਂ ਸੀ, ਆਲਮ ਖਾਂ ਦਾ ਮੰਗਣਾ ਹੁੰਦਾ ਤੇ ਇਹਦੇ ਮੰਗਣੇ ਤੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਂਦੇ ਹੈ। ਤੀਜੀ ਵਾਰੀ ਗੁਰਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮਹਾਰਾਜ ਆਪ ਵਿਚਰਨ ਵਾਸਤੇ ਨਗਰਾਂ ਨਗਰਾਂ ਦੇ ਵਿੱਚ ਜਾਂਦੇ ਹੈ, ਤੇ ਗੁਰੂ ਮਹਾਰਾਜ ਤੀਜੀ ਵਾਰੀ ਇਹਦੇ ਘਰ ਦੇ ਵਿੱਚ ਠਹਿਰਦੇ ਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਾਫਲਾ ਲੈ ਕੇ ਨਗਰਾਂ ਨਗਰਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ, ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਜਾਂਦੇ ਹੈ। ਚੌਥੀ ਵਾਰੀ ਹੈ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ, ਆਨੰਦਗੜ੍ਹ ਦਾ ਕਿਲਾ ਛੱਡਣ ਤੇ ਮਹਾਰਾਜ ਆਨੰਦਪੁਰ ਸਾਹਿਬ ਨਗਰ ਛੱਡਣ ਤੇ ਮਹਾਰਾਜ ਆ ਕੇ ਸਰਸਾ ਨਦੀ ਤੇ ਪਰਿਵਾਰ ਵਿਛੜਨ ਤੋਂ ਬਾਅਦ ਇਹਦੇ ਚੌਥੀ ਵਾਰੀ ਘਰ ਨਿਹੰਗ ਖਾਂ ਦੇ ਠਹਿਰਦੇ ਹੈ। ਇਹ ਚੌਥੀ ਵਾਰੀ ਹੈ। ਇਹ ਵੀ ਜ਼ਿਕਰ ਆਉਂਦਾ ਹੈ ਕਿ ਬੀਬੀ ਮੁਮਤਾਜ਼ ਕੌਰ, ਇਹਨਾਂ ਦੇ ਜਿਹੜੇ ਭਰਾਤਾ ਸੀ ਉਹ ਆਲਮ ਖਾਂ, ਇਹ ਕੋਟਲਾ ਨਿਹੰਗ ਖਾਂ ਦੇ ਬੱਚੇ ਸਨ, ਤੇ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਜੈਨਾ ਖਾਂ, ਇਹ ਨਾਮ ਆਉਂਦਾ ਹੈ। ਇਹ ਸਾਰੇ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਇੱਕ ਵਾਰ ਆਨੰਦਪੁਰ ਸਾਹਿਬ ਇੱਕ ਰਾਤ ਠਹਿਰ ਕੇ ਆਏ ਹੈ। ਇੱਕ ਰਾਤ ਆਨੰਦਪੁਰ ਸਾਹਿਬ ਠਹਿਰੇ ਹੈ। ਤੇ ਆਨੰਦਪੁਰ ਸਾਹਿਬ ਦਾ ਜਿਹੜਾ ਆਨੰਦ ਹੈ, ਆਨੰਦਪੁਰ ਸਾਹਿਬ ਦਾ ਜੋ ਰੂਹਾਨੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕੌਤਕ ਵਰਤਾਉਂਦੇ ਹੈ। ਗੁਰੂ ਕੇ ਸਿੰਘਾਂ ਦੇ ਵਿੱਚ ਆਪਸੀ ਪਿਆਰ, ਇਹ ਕੋਟਲਾ ਨਿਹੰਗ ਖਾਂ ਨੇ ਸਭ ਕੁਝ ਆਪਣੇ ਅੱਖੀ ਆਪਣੇ ਨੇਤਰਾਂ ਦੇ ਨਾਲ ਤੱਕਿਆ। ਇਸ ਕਰਕੇ ਮਹਾਰਾਜ ਦਾ ਬੜਾ ਇਹਨੇ ਸਤਿਕਾਰ ਕੀਤਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹਦੇ ਘਰ ਦਾ ਗੇਟ ਖੜਕਾਉਂਦੇ ਹੈ, ਗੇਟ ਖੋਲ੍ਹਦਾ, ਅੱਗੇ ਕੀ ਤੱਕਦਾ ਹੈ ਕਿ ਪੂਰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਸਮੇਤ ਮੇਰੇ ਘਰ ਦੇ ਵਿੱਚ ਆਏ ਹੈ। ਜਦੋਂ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹੈ, ਇਹ ਬੜਾ ਖੁਸ਼ ਹੋਇਆ, ਕਿਉਂਕਿ ਤੁਰਕਾਂ ਦਾ ਰਾਜ ਸੀ, ਤੁਰਕਾਂ ਨੇ ਹੱਲਾ ਬੋਲਿਆ ਹੋਇਆ ਸੀ, ਪਠਾਣਾਂ ਨੇ ਹੱਲਾ ਬੋਲਿਆ ਹੋਇਆ ਸੀ। ਕਿਤੇ ਨਾ ਕਿਤੇ ਮਨ ਘਬਰਾ ਜਾਂਦਾ ਹੈ, ਪਤਾ ਨਹੀਂ ਕੀ ਹੋਵੇਗਾ, ਕਿਤੇ ਮੇਰੇ ਤੇ ਹੱਲਾ ਨਾ ਬੋਲ ਦੇਣ, ਕਿਤੇ ਉਹਨਾਂ ਨੂੰ ਕਿਤੇ ਸੂਹੀਏ ਜਾ ਕੇ ਕੋਈ ਖਬਰ ਨਾ ਦੇ ਦੇਣ। ਪਰ ਘਬਰਾਇਆ ਨਹੀਂ, ਡਰਿਆ ਨਹੀਂ ਉਹ ਗੁਰੂ ਕਾ ਸਿੱਖ। ਕੋਟਲਾ ਨਿਹੰਗ ਖਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਅੰਦਰ ਲੈ ਕੇ ਜਾਂਦਾ ਤੇ ਇੱਕ ਗੁਪਤ ਕਮਰਾ ਬਣਿਆ ਹੋਇਆ, ਉਹ ਕਮਰੇ ਦੇ ਵਿੱਚ ਮਹਾਰਾਜ ਜੀ ਨੂੰ ਜਾ ਕੇ ਬਿਠਾ ਦਿੰਦਾ ਹੈ। ਸੱਚੇ ਪਾਤਸ਼ਾਹ ਦਾ ਭਾਈ ਸੁੰਦਰ ਆਸਣ ਲਾਉਂਦਾ ਹੈ, ਆਸਣ ਲਾਉਂਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਵਿਰਾਜਦੇ ਹੈ। ਤੇ ਸਾਰੀ ਰਾਤ ਗੁਰੂ ਮਹਾਰਾਜ ਜੀ ਦੇ ਮੁਖ ਤੋਂ ਇਹ ਗੁਰਬਾਣੀ ਸ਼ਰਵਣ ਕਰਦਾ ਹੈ। ਤੇ ਜਿਵੇਂ ਆਨੰਦਗੜ੍ਹ ਦਾ ਕਿਲਾ ਮਹਾਰਾਜ ਜੀ ਨੇ ਛੱਡਿਆ, ਉਹ ਗੱਲਾਂ ਸਾਰੀਆਂ ਪੁੱਛਦਾ ਹੈ। ਤੇ ਮਹਾਰਾਜ ਜੀ ਦੱਸਦੇ ਆ ਕਿ ਉਹਨਾਂ ਨੇ ਸੌਹਾਂ ਖਾਧੀਆਂ ਸੀ ਅਤੇ ਇਸ ਕਰਕੇ ਅਸੀਂ ਉਹਨਾਂ 'ਤੇ ਤਬਾਰ ਕਰਕੇ ਆਨੰਦਗੜ੍ਹ ਦਾ ਕਿਲਾ ਛੱਡ ਦਿੱਤਾ ਹੈ। ਤੇ ਜਦੋਂ ਉਹਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਸੌਹਾਂ ਵੀ ਖਾ ਲਈਆਂ, ਭਾਗਵਤ ਗੀਤਾ ਦੀ ਸਹੁੰ ਖਾਧੀ ਹੈ, ਇੰਨਾ ਪਵਿੱਤਰ ਉਹ ਗ੍ਰੰਥ ਉਹਨੂੰ ਮੰਨਦੇ ਹੈ। ਤੇ ਦੂਸਰਾ ਜਿਹੜਾ ਗੁਰਸੰਗਤ ਜੀ ਕੁਰਾਨ ਦੀ ਸਹੁੰ ਖਾ ਲਈ ਹੈ, ਕੁਰਾਨ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੀਆਂ ਜਦੋਂ ਸੌਹਾਂ ਵੀ ਖਾ ਲਈਆਂ, ਪਰ ਫਿਰ ਵੀ ਜਦੋਂ ਉਹ ਲਾਹਣਤਾ ਪਾਉਂਦਾ ਕਿ ਐਸਿਆਂ ਨੂੰ ਲਾਹਣਤਾ ਹਨ ਕਿ ਜਿਨ੍ਹਾਂ ਨੇ ਸੌਹਾਂ ਖਾ ਕੇ ਆਪਣੇ ਧਰਮ ਨੂੰ ਵੀ ਨਹੀਂ ਰੱਖਿਆ ਤੇ ਧਰਮ ਦਾ ਵੀ ਜਿਹੜਾ ਨਾਸ਼ ਕਰ ਦਿੱਤਾ, ਤਿਆਗ ਦਿੱਤਾ ਉਹਨਾਂ ਨੇ ਧਰਮ, ਉਹ ਲਾਹਣਤਾ ਪਾਉਂਦਾ। ਧੰਨ ਗੁਰੂ ਮਹਾਰਾਜ ਜੀ ਉਸ ਵਕਤ ਸਾਰੀ ਰਾਤ ਕੋਟਲਾ ਨਿਹੰਗ ਖਾਂ ਦੇ ਕੋਲੇ ਰਹਿੰਦੇ ਹੈ। ਇਹ ਕਈ ਵਾਰੀ ਪ੍ਰਚਾਰਕ ਕਈ ਵਾਰੀ ਕਹਿ ਦਿੰਦੇ ਆ ਕਿ ਜਿਹੜੇ ਭਾਈ ਬਚਿੱਤਰ ਜੀ ਸਨ, ਭਾਈ ਬਚਿੱਤਰ ਸਿੰਘ, ਗੁਰਸੰਗਤ ਜੀ ਕੇ ਸਰਸਾ ਨਦੀ 'ਤੇ ਇਹਨਾਂ ਦਾ
ਜਿਹੜਾ ਜੰਗ ਹੋਇਆ ਸੀ, ਸਰਸਾ ਨਦੀ ਤੇ ਜੰਗ ਹੁੰਦਾ ਹੈ। ਸਰਸਾ ਨਦੀ ਤੋਂ ਇਹ ਗਾਹਾਂ ਚੱਲਦੇ ਲਖੀਮਪੁਰ ਤੋਂ ਇਹ ਗੁਰਸੰਗਤ ਜੀ ਮਲਕ, ਵਾਹਿਗੁਰੂ ਮਲਕਪੁਰ ਇਹਨਾਂ ਦਾ ਜੰਗ ਹੁੰਦਾ ਹੈ। ਲਖੀਮਪੁਰ ਉਹਦਾ ਜਿਹੜਾ ਕੋਟਲਾ ਨਿਹੰਗ ਖਾਂ ਦਾ ਬੱਚਾ ਆਲਮ ਖਾਂ, ਇਹ ਮਹਾਰਾਜ ਨੂੰ ਛੱਡਣ ਜਾਂਦਾ ਉੱਥੇ ਲਖੀਮਪੁਰ ਤੱਕ। ਅਤੇ ਮਲਕਪੁਰ ਭਾਈ ਬਚਿੱਤਰ ਸਿੰਘ ਦਾ ਜੰਗ ਰੋਪੜੀਆਂ ਦੇ ਨਾਲ ਹੁੰਦਾ, ਪਠਾਣਾਂ ਦੇ ਨਾਲ ਹੁੰਦਾ। ਮਲਕਪੁਰ ਵੀ ਉਹ ਜਿਹੜੇ ਮਲਕਪੁਰੀਏ ਸੇ ਉਹਨਾਂ ਨੇ ਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਬੜੇ ਸ਼ਰਧਾਲੂ ਸੀ ਉਹ ਪਹਿਲਾਂ, ਤੇ ਹੁਣ ਉਹੀ ਹੱਲਾ ਬੋਲਦੇ ਹੈ। ਉਹਨਾਂ ਮਲਕਪੁਰੀਆਂ ਨੇ ਭਾਈ ਬਚਿੱਤਰ ਸਿੰਘ ਤੇ ਵਾਰ ਕੀਤੇ, ਅਤੇ ਭਾਈ ਬਚਿੱਤਰ ਸਿੰਘ ਦਾ ਸਰੀਰ ਹੈ ਜਿਹੜਾ ਬਹੁਤ ਫੱਟ ਲੱਗੇ ਹੈ, ਛਾਨਣੀ ਦੇ ਵਾਂਗ ਛਾਂਗਿਆ ਗਿਆ ਹੈ, ਬਹੁਤ ਜ਼ਿਆਦਾ ਫੱਟ ਲੱਗੇ ਹੈ। ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲੈ ਕੇ ਆਉਂਦੇ ਹੈ ਜਿੱਥੇ ਕੋਟਲਾ ਨਿਹੰਗ ਖਾਂ ਉਸ ਦਾ ਘਰ ਹੈ। ਗੁਰੂ ਮਹਾਰਾਜ ਜੀ ਉੱਥੇ ਠਹਿਰੇ ਹੋਏ ਆ, ਇਹਨਾਂ ਨੂੰ ਪਤਾ ਹੈ। ਬਾਬਾ ਅਜੀਤ ਸਿੰਘ ਜੀ ਜਦੋਂ ਲੈ ਕੇ ਆਉਂਦੇ ਆ ਤੇ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਜੀ ਨੇ ਜਦੋਂ ਤੱਕਿਆ ਤੇ ਦੇਖਿਆ ਤੇ ਆਪਣਾ ਆਸਣ ਛੱਡ ਦਿੱਤਾ। ਇਤਿਹਾਸ ਦੇ ਬਚਨ ਹੈ। ਜਿਸ ਆਸਣ ਦੇ ਉੱਪਰ ਗੁਰੂ ਮਹਾਰਾਜ ਜੀ ਸਜੇ ਹੋਏ ਸੀ ਤੇ ਉਸ ਆਸਣ ਦੇ ਉੱਪਰ ਭਾਈ ਬਚਿੱਤਰ ਸਿੰਘ ਨੂੰ ਬਿਠਾ ਦਿੱਤਾ। ਭਾਈ ਬਚਿੱਤਰ ਸਿੰਘ ਜੀ ਸਜੇ ਹੈ ਤੇ ਗੁਰੂ ਮਹਾਰਾਜ ਜੀ ਨੇ ਜਦੋਂ ਭਾਈ ਬਚਿੱਤਰ ਸਿੰਘ ਦੀ ਹਾਲਤ ਦੇਖੀ ਹੈ ਤੇ ਮਹਾਰਾਜ ਨੇ ਕੋਟਲਾ ਨਿਹੰਗ ਖਾਂ ਦੀ ਸੇਵਾ ਲਾ ਦਿੱਤੀ ਕਿ ਮੈਂ ਤਾਂ ਹੁਣ ਜਾਣਾ। ਸਮਾਂ ਵਿਚਾਰਿਆ ਮਹਾਰਾਜ ਨੇ ਕਿ ਤੁਰਕਾਂ ਦਾ ਰਾਜ ਹੈ, ਤੁਰਕ ਹੱਲਾ ਬੋਲ ਰਹੇ ਆ ਬਹੁਤ ਜ਼ਿਆਦਾ, ਅਤੇ ਉਹ ਆ ਸਕਦੇ ਆ। ਇਸ ਕਰਕੇ ਮਹਾਰਾਜ ਨੇ ਵਿਚਾਰਿਆ ਕਿ ਹੁਣ ਸਾਨੂੰ ਇੱਥੋਂ ਜਾਣਾ ਚਾਹੀਦਾ। ਭਾਈ ਬਚਿੱਤਰ ਸਿੰਘ ਉਹਨਾਂ ਦੇ ਘਰ ਦੇ ਵਿੱਚ ਠਹਿਰਦੇ ਆ ਤੇ ਬੀਬੀ ਮੁਮਤਾਜ਼ ਕੌਰ ਭਾਈ ਬਚਿੱਤਰ ਸਿੰਘ ਦੀ ਸੇਵਾ ਦੇ ਵਿੱਚ ਹੈ। ਕੋਟਲਾ ਨਿਹੰਗ ਖਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਬਹੁਤ ਜ਼ਿਆਦਾ ਸ਼ਰਧਾਲੂ ਹੈ, ਬੜੀ ਸ਼ਰਧਾ ਰੱਖਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਇੱਕ ਸ਼੍ਰੀ ਸਾਹਿਬ ਇਸ ਨੂੰ ਦਿੱਤੀ ਹੈ ਤੇ ਇੱਕ ਕਟਾਰ ਤੇ ਸ਼੍ਰੀ ਸਾਹਿਬ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਟਲਾ ਨਿਹੰਗ ਖਾਂ ਨੂੰ ਬਖਸ਼ਿਸ਼ ਕੀਤੀ ਹੈ। ਗੁਰਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚੋਂ ਚੱਲਦੇ ਹੈ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੂੰ ਛੱਡਣ ਵਾਸਤੇ ਕੋਟਲਾ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ ਇਹ ਲਖੀਮਪੁਰ ਤੱਕ ਜਾਂਦਾ ਹੈ। ਲਖੀਮਪੁਰ ਤੱਕ ਜਾਂਦਾ ਹੈ ਤੇ ਵਾਪਸ ਆ ਜਾਂਦਾ ਹੈ। ਸਤਿਗੁਰੂ ਜੀ ਲਖੀਮਪੁਰ ਤੋਂ ਫਿਰ ਚੱਲਦੇ ਹੈ, ਬ੍ਰਾਹਮਣ ਮਾਜਰਾ ਪਹੁੰਚਦੇ ਹੈ। ਬ੍ਰਾਹਮਣ ਮਾਜਰੇ ਤੋਂ ਮਹਾਰਾਜ ਬੂਰ ਮਾਜਰੇ ਪਹੁੰਚਦੇ ਆ। ਇਹ ਬੂਰ ਮਾਜਰੇ ਦਾ ਆਪ ਸੰਗਤ ਜੀ ਨੂੰ ਇਤਿਹਾਸ ਪਤਾ ਹੋਵੇਗਾ ਕਿ ਬੂਰ ਮਾਜਰੇ ਇੱਕ ਖੂਹ ਹੈ, ਉੱਥੇ ਅਸਥਾਨ ਵੀ ਬਣਿਆ ਹੋਇਆ ਮਹਾਰਾਜ ਦੀ ਯਾਦ ਦੇ ਵਿੱਚ। ਬੂਰ ਮਾਜਰੇ ਇੱਕ ਖੂਹ ਹੈ, ਖੂਹ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੋ ਪੰਜ ਇਸ਼ਨਾਨਾਂ ਕਰਦੇ ਆ, ਆਪਣੇ ਪਵਿੱਤਰ ਮੁਖੜੇ ਨੂੰ ਮਹਾਰਾਜ ਸਾਫ਼ ਕਰਦੇ ਆ, ਧੋਂਦੇ ਆ, ਹੱਥ ਪੈਰ ਸਾਫ਼ ਕਰਦੇ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇੱਥੇ ਜਲ ਪਾਣੀ ਗੁਰਸੰਗਤ ਜੀ ਛਕਿਆ ਤੇ ਸਿੰਘਾਂ ਨੇ, ਗੁਰੂ ਕੇ ਪਿਆਰਿਆਂ ਨੇ, ਸਿੰਘਾਂ ਨੇ ਆਪਣਾ ਸ਼ੌਚ ਇਸ਼ਨਾਨ ਕੀਤਾ ਤੇ ਉਸ ਵਕਤ ਇੱਕ ਸਰਕਾਰ ਦਾ ਸੂਹੀਆ ਉਹ ਆਉਂਦਾ। ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜਾ ਸ਼ਰਧਾਲੂ ਹੈ, ਬੜੀ ਸ਼ਰਧਾ ਰੱਖਦਾ ਹੈ। ਸਰਕਾਰ ਦਾ ਜਿਹੜਾ ਮੁਲਾਜ਼ਮ ਹੈ, ਨੌਕਰੀ ਸਰਕਾਰ ਦੀ ਕਰ ਰਿਹਾ, ਪਰ ਜਿਨ੍ਹਾਂ ਨੇ ਗੁਰਸੰਗਤ ਜੀ ਭਾਵੇਂ ਥੋੜ੍ਹੀ ਵੀ ਸੇਵਾ ਦੇ ਵਿੱਚ ਉਸ ਵਕਤ ਹਿੱਸਾ ਪਾ ਲਿਆ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਗਲਵੱਕੜੀ ਦੇ ਵਿੱਚ ਲੈ ਲਿਆ। ਉਹ ਸੂਹੀਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਦੱਸਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਤੋਂ, ਲਾਹੌਰ ਤੋਂ, ਹੋਰ ਮਹਾਰਾਜ ਬਹੁਤ ਜਗ੍ਹਾ ਤੋਂ ਫੌਜਾਂ ਆ ਰਹੀਆਂ ਨੇ ਤੇ ਔਰੰਗਜ਼ੇਬ ਨੇ 10 ਲੱਖ ਫੌਜਾਂ ਭੇਜੀਆਂ ਨੇ। ਇਹ 10 ਲੱਖ, ਕਈ ਇਤਿਹਾਸਕਾਰ 19 ਲੱਖ ਵੀ ਕਹਿੰਦੇ ਆ, ਕਿਉਂਕਿ 10 ਲੱਖ ਤਾਂ ਗੁਰਸੰਗਤ ਜੀ ਕਹਿੰਦੇ ਦਿੱਲੀ ਤੋਂ ਆਈਆਂ ਸਨ, ਜਿਹੜੀਆਂ ਔਰੰਗੇ ਨੇ ਭੇਜੀਆਂ ਸੀ। ਜੋ ਖਵਾਜਾ ਮਰਦੂਦ ਸੀ ਉਹ ਲੈ ਕੇ ਆਇਆ ਸੀ, ਮਹਿਦੂਦ, ਉਹ 10 ਲੱਖ ਫੌਜਾਂ ਲੈ ਕੇ ਆਇਆ ਸੀ, ਜਿਨ੍ਹਾਂ ਦਾ ਜ਼ਿਕਰ ਜ਼ਫਰਨਾਮੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਹੈ। ਤੇ ਬਾਕੀ ਜੇ ਸਾਰਿਆਂ ਫੌਜਾਂ ਦੇ ਜਿਹੜੇ ਰੰਗੜੇ ਸਨ, ਹੋਰ ਪਠਾਨ ਸਨ, ਉਹਨਾਂ ਦੀ ਗਿਣਤੀ ਕੀਤੀ ਹੈ ਤਾਂ ਇਤਿਹਾਸਕਾਰਾਂ ਨੇ 19 ਲੱਖ ਦਾ ਜ਼ਿਕਰ ਕੀਤਾ ਹੈ।
19 ਲੱਖ ਦਾ ਜ਼ਿਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਬੂਰ ਮਾਜਰੇ ਹੈ। ਬੂਰ ਮਾਜਰੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਜਦੋਂ ਪਤਾ ਲੱਗਿਆ, ਸੂਹੀਏ ਲਏ ਹੈ, ਮਹਾਰਾਜ ਨੇ ਸੂਹ ਲਈ ਹੈ ਕਿ ਕਿੰਨੀਆਂ ਕੁ ਫੌਜਾਂ ਨੇ, ਪਤਾ ਲੱਗਿਆ ਕਿ 10 ਲੱਖ ਫੌਜਾਂ ਦਾ ਜਿਹੜਾ ਕਾਫਲਾ ਉਹ ਚੜ੍ਹ ਕੇ ਆ ਰਿਹਾ ਹੈ। ਜਦੋਂ ਮਹਾਰਾਜ ਨੂੰ ਇਹ ਪਤਾ ਲੱਗਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਬੂਰ ਮਾਜਰੇ ਤੋਂ ਚੱਲੇ ਹੈ। ਗੁਰਸੰਗਤ ਜੀ ਚਲਦਿਆਂ ਚਲਦਿਆਂ ਚਮਕੌਰ ਦੇ ਬਾਹਰ ਇੱਕ ਬਾਗ ਬਣਿਆ ਹੋਇਆ ਸੀ। ਬਾਗ ਬਣਿਆ ਹੋਇਆ ਸੀ, ਉਸ ਬਾਗ ਦੇ ਵਿੱਚ ਸਤਿਗੁਰੂ ਜੀ ਠਹਿਰਦੇ ਹੈ। ਚਮਕੌਰ ਦੇ ਬਾਹਰ ਇੱਕ ਬਾਗ ਬਣਿਆ ਹੋਇਆ ਸੀ। ਸਭ ਤੋਂ ਪਹਿਲਾਂ ਗੜੀ ਦੇ ਵਿੱਚ ਨਹੀਂ ਮਹਾਰਾਜ ਗਏ ਕਿ ਸਿੱਧਾ ਜਾ ਕੇ ਗੜੀ ਦੇ ਵਿੱਚ ਵੜੇ ਆ, ਨਹੀਂ। ਸਭ ਤੋਂ ਪਹਿਲਾਂ ਮਹਾਰਾਜ ਇੱਕ ਬਾਗ ਬਾਰ ਬਣਿਆ ਹੋਇਆ ਸੀ ਬੜਾ ਸੁੰਦਰ, ਤੇ ਉਹ ਬਾਗ ਦੇ ਵਿੱਚ ਸਤਿਗੁਰੂ ਜੀ ਠਹਿਰਦੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਕਵੀ ਜੀ ਨੇ ਉੱਥੇ ਜ਼ਿਕਰ ਕੀਤਾ ਹੈ ਕਿ ਧੰਨ ਗੁਰੂ ਮਹਾਰਾਜ ਜੀ ਨੇ ਉੱਥੇ ਵੀ ਆਪਣਾ ਸ਼ੌਚ ਇਸ਼ਨਾਨ ਕੀਤਾ ਹੈ। ਖੂਹ ਦੀ ਕੰਧ ਦੇ ਉੱਪਰ ਸਤਿਗੁਰੂ ਜੀ ਸਜੇ ਹੈ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਬਾਅਦ ਹੁਣ ਧੰਨ ਗੁਰੂ ਮਹਾਰਾਜ ਜੀ ਭਾਈ ਬੁੱਧੂ ਚੰਦ, ਇਹ ਚਮਕੌਰ ਦੀ ਗੜੀ ਦਾ ਮਾਲਕ ਦੱਸਿਆ ਜਾਂਦਾ ਹੈ। ਪਰ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਨੇ, ਗੁਰਸੰਗਤ ਜੀ, ਉਹਨਾਂ ਨੇ ਦੱਸਿਆ ਕਿ ਚਮਕੌਰ ਸਾਹਿਬ ਦੀ ਜਿਹੜੀ ਗੜੀ ਸੀ ਇਹ 2 ਭਰਾਵਾਂ ਦੀ ਗੜੀ ਸੀ। ਤੇ ਇਹ 2 ਭਰਾਵਾਂ ਦਾ ਜਿਹੜਾ ਆਪਣਾ ਘਰ ਸੀ, ਅਤੇ ਉੱਥੇ 2 ਭਰਾ ਰਿਹਾ ਕਰਦੇ ਸਨ। ਇੱਕ ਭਰਾ ਤਾਂ ਮੰਨ ਗਿਆ ਸੀ ਤੇ ਦੂਸਰਾ ਭਰਾ ਨਹੀਂ ਸੀ ਮੰਨਿਆ। ਤੇ ਜਿਹੜਾ ਇੱਕ ਭਰਾ ਮੰਨਿਆ ਸੀ ਉਹਨੇ ਕਹਿ ਦਿੱਤਾ ਸੀ, ਮਹਾਰਾਜ ਇੱਥੇ ਆਪ ਜੀ ਕਾਬਜ ਹੋ ਜਾਓ, ਕਬਜ਼ਾ ਕਰ ਲਓ। ਕਵੀ ਸੰਤੋਖ ਸਿੰਘ ਜੀ ਇਹ ਲਿਖਦੇ ਆ ਕਿ ਗੁਰੂ ਕੇ ਸਿੰਘਾਂ ਨੇ ਉੱਥੇ ਕਬਜ਼ਾ ਕੀਤਾ। ਸੋ ਕੋਈ ਜਿਹੜੇ ਕਵੀ ਲਿਖਦੇ ਆ ਕਿ ਇਹ ਬੁੱਧੂ ਚੰਦ ਉਸ ਦਾ ਘਰ ਸੀ, ਉਸ ਦਾ ਰਹਿਣ ਬਸੇਰਾ ਸੀ। ਬੁੱਧੂ ਚੰਦ ਉੱਥੋਂ ਦਾ ਰਹਿਣ ਵਾਲਾ ਸੀ ਤੇ ਉਸ ਦਾ ਘਰ ਹੈ। ਤੇ ਉੱਥੇ ਮਹਾਰਾਜ ਜੀ ਨੇ ਸ਼ਰਧਾ ਭਾਵਨਾ ਦੇ ਵਿੱਚ ਆ ਕੇ ਬੁੱਧੂ ਚੰਦ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਘਰ ਭੇਟਾ ਦਿੱਤਾ ਸੀ। ਸੋ ਰੋਹ ਵਿਚਾਰ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਹੈ। ਇਹ ਅੱਜ ਸ਼ਾਮ ਦਾ ਵੇਲਾ ਹੈ, ਅੱਜ ਦੀ ਰਾਤ ਹੈ ਨਾ, ਜਿਹੜੀ ਸ਼ਾਮ ਆਵੇਗੀ ਗੁਰਸੰਗਤ ਜੀ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪ੍ਰਵੇਸ਼ ਕਰਨਗੇ। ਸਾਰੀ ਰਾਤ ਜਿਹੜੀ ਆਪਾਂ ਰਾਤ ਅੱਗੇ ਆਉਣੀ ਹੈ ਨਾ, ਇਹ ਸਾਰੀ ਰਾਤ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਰਹਿਣਗੇ। ਤੇ ਗਾਹਾਂ ਚਮਕੌਰ ਦੀ ਗੜੀ ਤੋਂ ਸਵੇਰੇ ਅੰਮ੍ਰਿਤ ਵੇਲੇ ਜੰਗ ਹੋਵੇਗਾ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਹੁਣ ਥੋੜ੍ਹਾ ਜਿਹਾ ਧਿਆਨ ਮਗਰ ਦਿਓ, ਜਿੱਥੇ ਕੋਟਲਾ ਨਿਹੰਗ ਖਾਂ ਦੀ ਆਪਾਂ ਗੱਲ ਕੀਤੀ ਹੈ ਨਾ, ਕੋਟਲਾ ਨਿਹੰਗ ਖਾਂ ਦੀ ਜਿਹੜੀ ਸੁਪੁੱਤਰੀ ਹੈ ਬੀਬੀ ਮੁਮਤਾਜ਼ ਕੌਰ, ਇਹ ਆਪ ਜੀ ਨੇ ਕੱਲ੍ਹ ਗਿਆਨੀ ਜੀ ਤੋਂ ਸ਼ਰਵਣ ਵੀ ਕੀਤਾ ਹੈ। ਗਿਆਨੀ ਜੀ ਨੇ ਉਮਰ 150 ਸਾਲ ਦੱਸੀ ਹੈ, ਪਰ ਨਹੀਂ ਭਾਈ, ਉਮਰ 131 ਸਾਲ ਦੀ ਉਮਰ ਬੀਬੀ ਮੁਮਤਾਜ਼ ਕੌਰ ਦੀ ਹੋਈ ਹੈ। 131 ਸਾਲ ਦੀ ਉਮਰ। ਇਹ ਆਪ ਜੀ ਨੇ ਧਿਆਨ ਦੇਣਾ ਕਿ 100 ਸਾਲ ਦੀ ਉਮਰ ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚ ਬੀਬੀ ਮੁਮਤਾਜ਼ ਕੌਰ ਨੇ ਕੱਟਿਆ। 100 ਸਾਲ ਸਾਰੀ ਉਮਰ ਇਹਨਾਂ ਦੀ ਜਿਹੜੀ 131 ਸਾਲ ਹੈ। 100 ਸਾਲ ਤਾਂ ਕੋਟਲਾ ਨਿਹੰਗ ਖਾਂ ਆਪਣੇ ਪਿਤਾ ਦੇ ਘਰ ਦੇ ਵਿੱਚ ਬੰਦਗੀ ਕਰਕੇ, ਨਾਮ ਸਿਮਰਨ ਕਰਕੇ ਇਹਨਾਂ ਨੇ ਜਿਹੜਾ ਸਫਲਾ ਕਰ ਲਿਆ। ਤੇ ਜਿਹੜੇ 31 ਸਾਲ ਬਚਦੇ ਆ, ਕੋਟਲਾ ਨਿਹੰਗ ਖਾਂ ਨੇ ਆਪਣੇ ਪਿਤਾ ਨੌਰੰਗਾ ਇਹਦਾ ਨਾਮ ਸੀ, ਨੌਰੰਗਪੁਰਾ ਨਗਰ ਵਸਾਇਆ ਸੀ। ਤੇ ਉੱਥੇ ਵੀ ਇੱਕ ਕਿਲਾ ਬਣਿਆ ਹੋਇਆ, ਤੇ ਉੱਥੇ ਗੁਰਦੁਆਰਾ ਸਥਾਨ ਵੀ ਬਣਿਆ ਹੋਇਆ ਬੀਬੀ ਮੁਮਤਾਜ਼ ਕੌਰ ਦੀ ਯਾਦ ਦੇ ਵਿੱਚ। ਉਹ ਕਿਲੇ ਦੇ ਵਿੱਚ ਬੀਬੀ ਮੁਮਤਾਜ਼ ਕੌਰ ਨੇ 31 ਸਾਲ ਬੰਦਗੀ ਕੀਤੀ ਹੈ। ਤੇ ਥੋੜ੍ਹਾ ਜਿਹਾ ਮਗਰ ਚਲੀਏ ਕਿ ਜਦੋਂ ਭਾਈ ਬਚਿੱਤਰ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ, ਬਹੁਤ ਜ਼ਿਆਦਾ ਜਿਹੜੀ ਨਾਜ਼ੁਕ ਹੈ। ਬੀਬੀ ਮੁਮਤਾਜ਼ ਕੌਰ ਉਸ ਵਕਤ ਸੇਵਾ ਦੇ ਵਿੱਚ ਹੈ, ਸੇਵਾ ਕਰ ਰਹੇ ਹੈ, ਮਲਮ ਪੱਟੀ ਕਰ ਰਹੇ ਹੈ। ਹੁਣ ਖਬਰ ਕਰਨ ਵਾਲਾ ਖਬਰ ਕਰਦਾ ਹੁੰਦਾ ਹੈ, ਚੁਗਲਖੋਰ ਨੇ ਚੁਗਲੀ ਲਾ ਦੇਣੀ ਹੈ। ਉਹਨੇ ਚੁਗਲੀ ਲਾਈ ਕਿ ਨਿਹੰਗ ਖਾਂ ਦੇ, ਇਹ ਰੋਪੜ ਦੇ ਜਿਹੜਾ ਕੋਤਵਾਲ ਸੀ ਨਾ, ਰੋਪੜ ਦੇ ਕੋਤਵਾਲ ਦੇ ਕੋਲੇ ਜਾ ਕੇ ਚੁਗਲੀ ਲਾਉਂਦੇ ਹੈ ਕਿ ਨਿਹੰਗ ਖਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਠਹਿਰੇ ਹੈ, ਉਹਨਾਂ ਦੇ ਸਿੰਘ ਠਹਿਰੇ ਹੈ। ਇਸ ਕਰਕੇ ਕੋਈ ਐਵੇਂ ਨਹੀਂ ਸੀ ਆਇਆ, ਉਹਨੂੰ ਖਬਰ ਹੋਈ ਸੀ ਤਾਂ ਆਇਆ ਸੀ। ਜਿਹੜਾ ਕੋਤਵਾਲ ਸੀ ਰੋਪੜ ਦਾ ਕੋਤਵਾਲ ਚੱਲ ਕੇ ਫੌਜਾਂ ਦੇ ਸਮੇਤ ਆਉਂਦਾ ਹੈ। ਸਭ ਤੋਂ ਪਹਿਲਾਂ ਕੋਟਲਾ ਨਿਹੰਗ ਖਾਂ ਦੇ ਘਰ ਨੂੰ ਘੇਰਾ ਪਾਇਆ ਜਾਂਦਾ ਹੈ ਤੇ ਸਾਰੀ ਤਲਾਸ਼ੀ ਲਈ ਜਾਂਦੀ ਹੈ। ਤੇ ਜਦੋਂ ਤਲਾਸ਼ੀ ਲੈਂਦੇ ਤੇ ਜਿਹੜੇ ਕਮਰੇ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਠਹਿਰੇ ਸਨ, ਉਹ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਠਹਿਰੇ ਹੋਏ ਆ ਹੁਣ, ਤੇ ਨਾਲ ਬੀਬੀ ਮੁਮਤਾਜ਼ ਕੌਰ ਹੈ, ਸੇਵਾ ਦੇ ਵਿੱਚ ਹੈ।
ਤੇ ਗੁਰਸੰਗਤ ਜੀ ਉਸ ਵਕਤ ਜਦੋਂ ਸਾਰੇ ਘਰ ਦੀ ਤਲਾਸ਼ੀ ਲਈ ਆ, ਉਹ ਕਮਰੇ ਨੂੰ ਖੋਲ੍ਹਣ ਲੱਗਿਆ ਤੇ ਉਸ ਵਕਤ ਆਖਣ ਲੱਗਿਆ ਕੋਟਲਾ ਨਿਹੰਗ ਖਾਂ ਕਿ ਤੂੰ ਆ ਕਮਰੇ ਨੂੰ ਖੋਲ੍ਹ। ਚੁੱਪ ਕਰ ਗਏ। ਫਿਰ ਕਹਿੰਦੇ ਆ ਕਮਰੇ ਨੂੰ ਖੋਲ੍ਹ। ਕਹਿੰਦਾ ਮਹਾਰਾਜ ਨਹੀਂ ਖੋਲ੍ਹ ਸਕਦਾ। ਕਹਿੰਦੇ ਕਾਰਨ? ਕਹਿੰਦੇ ਇੱਥੇ ਮੇਰੀ ਪੁੱਤਰੀ ਤੇ ਮੇਰਾ ਦਮਾਦ ਪਿਆ ਹੋਇਆ ਹੈ। ਦੇਖੋ ਸ਼ਰਧਾ ਭਾਵਨਾ ਗੁਰੂ ਤੇ ਕਿੰਨੀ ਹੈ। ਜੇ ਗੁਰੂ ਤੇ ਸ਼ਰਧਾ ਭਾਵਨਾ, ਕਹਿੰਦੇ ਆ ਮੇਰਾ ਦਮਾਦ ਇਸ ਘਰ ਦੇ ਵਿੱਚ, ਇਸ ਕਮਰੇ ਦੇ ਵਿੱਚ ਮੇਰੀ ਪੁੱਤਰੀ ਤੇ ਮੇਰਾ ਦਮਾਦ ਬੈਠੇ ਹੋਏ ਹੈ, ਠਹਿਰੇ ਹੋਏ ਹੈ। ਉਹ ਮਾਫੀ ਮੰਗ ਕੇ ਗਿਆ। ਮਾਫੀ ਮੰਗ ਕੇ ਉਹ ਵਾਪਸ ਚਲਾ ਗਿਆ। ਤੇ ਇਹ ਗੱਲ ਬੀਬੀ ਮੁਮਤਾਜ਼ ਕੌਰ ਦੇ ਕੰਨਾਂ ਦੇ ਵਿੱਚ ਪੈਂਦੀ ਹੈ। ਤੇ ਆਪ ਜੀ ਨੂੰ ਪਤਾ ਹੋਵੇਗਾ ਬੀਬੀ ਮੁਮਤਾਜ਼ ਕੌਰ ਦਾ ਜਿਹੜਾ ਰਿਸ਼ਤਾ ਨਾ ਬੱਸੀ ਪਠਾਣਾ ਪਹਿਲਾਂ ਹੋਇਆ ਸੀ। ਬੀਬੀ ਮੁਮਤਾਜ਼ ਦਾ ਰਿਸ਼ਤਾ ਬੱਸੀ ਪਠਾਣਾ ਹੋਇਆ ਸੀ। ਉਸ ਵਕਤ ਜਦੋਂ ਉਮਰ ਵਧਦੀ ਹੈ, ਸਾਰੇ ਘਰ ਦੇ ਵਿੱਚ ਗੱਲ ਚੱਲਦੀ ਹੈ। ਕਿਉਂਕਿ ਬੀਬੀ ਮੁਮਤਾਜ਼ ਕੌਰ ਨੇ ਜਦੋਂ ਗੱਲ ਸੁਣੀ ਹੈ ਕਿ ਮੇਰੇ ਪਿਤਾ ਨੇ ਆਹ ਵਚਨ ਕਰ ਦਿੱਤੇ ਹੈ ਕਿ ਮੇਰਾ ਦਮਾਦ ਤੇ ਮੇਰੀ ਲੜਕੀ ਕਮਰੇ ਦੇ ਵਿੱਚ ਹੈ, ਤੇ ਉਸ ਵਕਤ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਤੇ ਭਾਈ ਬਚਿੱਤਰ ਸਿੰਘ ਨੇ ਫਤਿਹ ਬੁਲਾਈ ਹੈ, ਤੇ ਇੱਧਰੋਂ ਬੀਬੀ ਮੁਮਤਾਜ਼ ਕੌਰ ਨੇ ਫਤਿਹ ਬੁਲਾਈ ਹੈ। ਗੁਰਸੰਗਤ ਜੀ ਇੱਕ ਰਾਤ ਸਾਰੀ ਬੀਬੀ ਮੁਮਤਾਜ਼ ਕੌਰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੇ ਹੈ। ਦੂਸਰਾ ਦਿਨ ਆਉਂਦਾ, ਸਰੀਰ ਤਿਆਗ ਦਿੰਦੇ ਆ ਭਾਈ ਬਚਿੱਤਰ ਸਿੰਘ। ਜਦੋਂ ਸਰੀਰ ਤਿਆਗਦੇ ਹੈ ਤੇ ਇੱਧਰ ਕੁਝ ਕੁ ਸਿੰਘ ਗੁਰੂ ਕੇ ਸਿੱਖ ਇਹ ਕੋਟਲੇ ਦੇ ਰਹਿਣ ਵਾਲੇ ਸਨ। 2-3 ਦਾ ਜ਼ਿਕਰ ਆਉਂਦਾ ਹੈ ਕਿ ਇਹਨਾਂ ਨੇ ਸਾਰਿਆਂ ਨੇ ਮਿਲ ਕੇ, ਕੋਟਲਾ ਨਿਹੰਗ ਖਾਂ ਦੇ ਨਾਲ ਮਿਲ ਕੇ ਇੱਕ ਖੂਹ ਦੇ ਕਿਨਾਰੇ ਭਾਈ ਬਚਿੱਤਰ ਸਿੰਘ ਦੇ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਜਗ੍ਹਾ ਵੀ ਬਣਦੀ ਹੈ, ਜਿਸ ਜਗ੍ਹਾ 'ਤੇ ਬੀਬੀ ਮੁਮਤਾਜ਼ ਕੌਰ ਨੇ ਬੜੀ ਬੰਦਗੀ ਕੀਤੀ ਹੈ। ਉਹ ਜਗ੍ਹਾ 'ਤੇ ਉਸੇ ਜਗ੍ਹਾ 'ਤੇ ਬਹਿ ਕੇ ਬੰਦਗੀ ਕੀਤੀ ਹੈ। ਬੀਬੀ ਮੁਮਤਾਜ਼ ਕੌਰ ਦੇ ਘਰ ਦੇ ਵਿੱਚ ਗੱਲ ਚੱਲਦੀ ਹੈ ਕਿ ਇਹਨਾਂ ਦਾ ਹੁਣ ਵਿਆਹ ਕਰੀਏ, ਜਿਹੜਾ ਨਿਕਾਹ ਹੈ ਕੀਤਾ ਹੋਇਆ ਤੇ ਸਾਰਾ ਕਾਰਜ ਹੁਣ ਕਰਨਾ ਹੈ। ਇਹਨਾਂ ਨੇ ਆਪਣੀ ਮਾਤਾ ਜੈਨਾ ਨੂੰ ਆਖਿਆ ਕਿ ਸਾਰੀ ਖਬਰ ਦੱਸੀ, ਸਾਰੀ ਵਾਰਤਾ ਦੱਸ ਦਿੱਤੀ ਕਿ ਜਦੋਂ ਮੇਰੇ ਪਿਤਾ ਨੇ ਕਿਹਾ ਸੀ ਇੱਥੇ ਜਿਹੜਾ ਦਮਾਦ ਤੇ ਮੇਰੀ ਲੜਕੀ ਰਹਿੰਦੀ ਹੈ, ਤੇ ਮੈਂ ਤਾਂ ਉਸੇ ਵਕਤ ਹੀ ਆਪਣਾ ਪਤੀ ਭਾਈ ਬਚਿੱਤਰ ਸਿੰਘ ਨੂੰ ਮੰਨ ਲਿਆ ਸੀ। ਤੇ ਇਹਨਾਂ ਨੇ ਕਹਿੰਦੇ ਕੋਈ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਸੀ ਕੀਤਾ ਕਿ ਹਾਂ ਤੈਨੂੰ ਉੱਥੇ ਕਰਾਉਣਾ ਪੈਣਾ ਜਾਂ ਕਿਸ ਤਰ੍ਹਾਂ। ਗੁਰਸੰਗਤ ਜੀ 100 ਸਾਲ ਕੋਟਲਾ ਨਿਹੰਗ ਖਾਂ ਦੇ ਘਰ ਦੇ ਵਿੱਚ ਬੀਬੀ ਮੁਮਤਾਜ਼ ਕੌਰ ਜੀ ਰਹਿੰਦੇ ਆ। ਬੜੀ ਬੰਦਗੀ ਵਾਲੀ ਰੂਹ ਸੀ। ਅਤੇ ਇੱਥੋਂ ਤੱਕ ਜਿਹੜਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਸੰਗਤਾਂ ਘਰ ਦੇ ਬਾਹਰ ਖੜੀਆਂ ਰਹਿੰਦੀਆਂ ਸੀ ਕਿ ਕਦੋਂ ਦਰਸ਼ਨ ਹੋਣਗੇ ਬੀਬੀ ਮੁਮਤਾਜ਼ ਕੌਰ ਦੇ, ਕਦੋਂ ਦਰਸ਼ਨ ਹੋਣਗੇ। ਅਤੇ ਕੋਈ ਜ਼ਿਆਦਾ ਬੋਲਦੇ ਨਹੀਂ ਸਨ, ਹਰ ਵਕਤ ਬੰਦਗੀ ਦੇ ਵਿੱਚ ਰਹਿੰਦੇ ਸੀ। ਤੇ ਜਦੋਂ ਵੀ ਕੋਈ ਮਨ ਕਰਦਾ ਨਾ ਬੋਲਣ ਦਾ, ਇਤਿਹਾਸਕਾਰ ਲਿਖਦੇ ਆ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਬੀਬੀ ਮੁਮਤਾਜ਼ ਕੌਰ ਕਰਿਆ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਭਾ ਗੁਣ ਗਾਉਂਦੇ ਗੁਰੂ ਮਹਾਰਾਜ ਜੀ ਦੇ। ਜਦੋਂ ਸਮਾਂ ਲੰਘਦਾ ਹੈ, ਬੀਬੀ ਮੁਮਤਾਜ਼ ਕੌਰ ਦਾ ਜਿਹੜਾ ਗੁਰਸੰਗਤ ਜੀ ਮਨ ਹੈ, ਅੰਮ੍ਰਿਤ ਵੇਲੇ ਜਿਹੜਾ ਬੰਦਗੀ ਦੇ ਵਿੱਚ ਜੁਟ ਜਾਂਦਾ। ਅੰਮ੍ਰਿਤ ਵੇਲੇ 100 'ਚ ਇਸ਼ਨਾਨ ਕਰਦੇ ਹੈ, ਇਸ਼ਨਾਨ ਕਰਕੇ ਨਿਤਨੇਮ ਕਰਦੇ ਹੈ। ਇਹ ਨਹੀਂ ਕਿ ਜਿਹੜਾ ਆਪਣੇ ਧਰਮ ਦੇ ਵਿੱਚ ਉਹ ਰਹਿੰਦੇ ਆ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਾਡਲੀ ਧੀ ਬਣ ਗਈ ਤੇ ਫਿਰ ਨਿਤਨੇਮ ਕਰਦੇ ਹੈ। ਨਿਤਨੇਮ ਹੁੰਦਾ ਹੈ। ਨਿਤਨੇਮ ਤੋਂ ਬਾਅਦ ਫਿਰ ਵੀ ਲਿਵ ਲੀਨ ਰਹਿੰਦੇ ਆ ਪਰਮਾਤਮਾ ਦੀ ਬੰਦਗੀ ਦੇ ਵਿੱਚ ਬੀਬੀ ਮੁਮਤਾਜ਼ ਕੌਰ। ਸਮਾਂ ਲੰਘਦਾ 100 ਸਾਲ ਤੋਂ ਬਾਅਦ। ਨਾਲੇ ਤਾਂ ਦੋਨੇ ਵਕਤ ਸਵੇਰੇ ਸ਼ਾਮ ਜਿਸ ਜਗ੍ਹਾ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਠਹਿਰੇ ਸਨ, ਉਹ ਜਗ੍ਹਾ ਮਹਾਰਾਜ ਜੀ ਦੀ ਯਾਦ ਦੇ ਵਿੱਚ ਅਸਥਾਨ ਬੀਬੀ ਜੀ ਨੇ ਬਣਾ ਦਿੱਤਾ ਸੀ। ਤੇ ਜਿਸ ਜਗ੍ਹਾ 'ਤੇ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਦਾ ਸੰਸਕਾਰ ਹੁੰਦਾ ਹੈ, ਉਹ ਵੀ ਜਗ੍ਹਾ ਇੱਕ ਯਾਦਾਸ਼ਤ ਬਣਾ ਦਿੱਤੀ ਸੀ। ਤੇ ਦੋਨਾਂ ਜਗ੍ਹਾ 'ਤੇ ਜਾ ਕੇ ਅੰਮ੍ਰਿਤ ਵੇਲੇ ਤੇ ਸਵੇਰੇ ਜਿਹੜਾ ਸ਼ਾਮ ਸਵੇਰੇ ਸ਼ਾਮ ਬੀਬੀ ਮੁਮਤਾਜ਼ ਕੌਰ ਧੂਫ ਬੱਤੀ ਕਰਿਆ ਕਰਦੇ, ਆਪ ਝਾੜੂ ਪੋਚਾ ਲਾਇਆ ਕਰਦੇ ਸਨ। ਬੀਬੀ ਮੁਮਤਾਜ਼ ਕੌਰ ਆਪ ਝਾੜੂ ਪੋਚਾ ਕਰਿਆ ਕਰਦੇ। ਅਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਇਹ 7ਵੇਂ ਪਾਤਸ਼ਾਹ ਆਪ ਜੀ ਨੂੰ ਪਤਾ ਹੋਏ ਹੈ, 7ਵੇਂ ਪਾਤਸ਼ਾਹ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਰੂਪ ਕੌਰ। ਬੀਬੀ ਰੂਪ ਕੌਰ ਇਹ ਬੀਬੀ ਮੁਮਤਾਜ਼ ਕੌਰ ਨੂੰ ਵੀ ਇੱਕ ਵਾਰੀ ਮਿਲਣ ਆਏ ਹੈ। ਅਤੇ ਗੁਰਸੰਗਤ ਜੀ 1-2 ਰਾਤਾਂ ਬੀਬੀ ਮੁਮਤਾਜ਼ ਕੌਰ ਦੇ ਕੋਲੇ ਬੀਬੀ ਰੂਪ ਕੌਰ ਜੀ ਰਹਿੰਦੇ ਹੈ। ਇੱਧਰ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਰੂਪ ਕੌਰ,
ਉਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵਰੋਸ ਆਏ ਹੋਏ ਬੀਬੀ ਮੁਮਤਾਜ ਕੌਰ, ਇਹ ਆਪਸ ਦੇ ਵਿੱਚ ਗੱਲਾਂ ਕਰਦੇ ਹੈ ਅਤੇ ਸਾਰਾ ਜ਼ਿਕਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਾਰਤਾ ਦੇ ਵਿੱਚ ਨਿਭਾ ਦਿੰਦੇ ਹੈ। ਸਾਰੀ ਰਾਤ, ਸਾਰਾ ਦਿਨ, ਸਾਰੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਗੱਲਾਂ ਚੱਲਦੀਆਂ ਨੇ। ਇਤਿਹਾਸ ਚੱਲਦਾ, ਜਿਵੇਂ ਆਨੰਦਪੁਰ ਸਾਹਿਬ ਦਾ ਜਿਹੜਾ ਨਗਰ ਹੈ, ਕਿਲ੍ਹਾ ਹੈ ਆਨੰਦਗੜ੍ਹ ਸਾਹਿਬ ਦਾ, ਉਹ ਛੱਡਦੇ ਹੈ। ਸਾਰੀ ਵਾਰਤਾ ਗੁਰੂ ਦੀ ਯਾਦ ਦੇ ਵਿੱਚ ਲੰਘ ਜਾਂਦੀ ਹੈ। ਬੀਬੀ ਮੁਮਤਾਜ ਕੌਰ ਦੇ ਵਾਸਤੇ ਇੱਕ ਜਿਹੜਾ ਜਿਵੇਂ ਆਪਾਂ ਪੀੜਾ ਕਹਿ ਦਿੰਦੇ ਹਾਂ ਗੁਰਸੰਗਤ ਜੀ, ਚੌਂਕੀ ਬੀਬੀ ਰੂਪ ਕੌਰ ਬੀਬੀ ਮੁਮਤਾਜ ਕੌਰ ਨੂੰ ਵੀ ਦੇ ਕੇ ਗਏ ਸਨ। ਇੱਥੋਂ ਤੱਕ ਜ਼ਿਕਰ ਆਉਂਦਾ, ਕਹਿੰਦੇ ਜਦੋਂ 84 ਦਾ ਜਿਹੜਾ ਜਿਹੜੇ ਹਾਲਾਤ ਵਰਤੇ ਸੀ, 84 ਦਾ ਗੇੜ ਆਇਆ ਸੀ, ਉਸ ਵਕਤ 84 ਦੇ ਬਾਅਦ ਉਹ ਜਿਹੜੀ ਚੌਂਕੀ ਸੀ ਬੀਬੀ ਰੂਪ ਕੌਰ ਨੇ ਬੀਬੀ ਮੁਮਤਾਜ ਕੌਰ ਨੂੰ ਦਿੱਤੀ ਸੀ, ਉਹ ਬਾਅਦ ਲੱਭੀ ਨਹੀਂ, ਫਿਰ ਪਤਾ ਨਹੀਂ ਕਿੱਥੇ ਗਈ, ਕਿਵੇਂ ਕੀ ਹੋਇਆ। ਇਹ ਇਤਿਹਾਸਕਾਰ ਵੀ ਜ਼ਿਕਰ ਕਰਦੇ ਆ, ਕਹਿੰਦੇ ਨਹੀਂ ਮਿਲੀ ਉਦੋਂ ਬਾਅਦ। ਸੋ ਸਮਾਂ ਲੰਘਦਾ, 31 ਸਾਲ ਫਿਰ ਨੌਰੰਗਪੁਰੇ ਉੱਥੇ ਅਸਥਾਨ ਬੀਬੀ ਜੀ ਦਾ ਬਣਿਆ ਹੋਇਆ, ਉੱਥੇ ਰਹਿ ਕੇ ਬੰਦਗੀ ਕਰਦੇ ਹੈ। ਬੀਬੀ ਮੁਮਤਾਜ ਕੌਰ ਦੀ ਸਾਰੀ ਉਮਰ 131 ਸਾਲ ਹੈ ਅਤੇ ਇੰਨੀ ਵੈਰਾਗ ਵੀ ਇਹਨਾਂ ਦਾ ਇਤਿਹਾਸ ਹੈ ਕਿ ਸਾਰੀ ਜ਼ਿੰਦਗੀ ਗੁਰੂ ਲੇਖੇ ਲਾ ਦਿੱਤੀ ਕਿ ਜਿਹਨੂੰ ਪਤੀ ਮੰਨ ਲਿਆ ਤੇ ਉਹਨੂੰ ਰੂਹ ਕਰਕੇ ਜਿਹੜਾ ਪਤੀ ਮੰਨ ਲਿਆ। ਇਹ ਫਿਰ ਜਿਹੜੇ ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਇਹ ਗੁਰੂ ਦਾ ਬਚਨ ਆਪਣੇ ਅੰਦਰ ਵਸਾ ਲਿਆ ਤੇ ਬੀਬੀ ਨੇ 131 ਸਾਲ ਗੁਰਸੰਗਤ ਜੀ ਗੁਰੂ ਲੇਖੇ ਲਾ ਦਿੱਤੇ ਹੈ। ਇਹ ਬੀਬੀ ਜੋ ਮਮਤੋਜ ਕੌਰ ਦਾ ਜਿਹੜਾ ਇਤਿਹਾਸ ਵਾਹਿਗੁਰੂ ਇਹ ਆਪ ਜੀ ਨੇ ਸ਼ਰਵਣ ਕੀਤਾ ਹੈ। ਸੋ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ ਕੱਲ੍ਹ ਨੂੰ ਜਾਂਦੇ ਹੈ, ਕੱਲ੍ਹ ਨੂੰ ਜੰਗ ਹੋਵੇਗੀ ਤੁਰਕਾਂ ਦੇ ਨਾਲ, ਪਠਾਣਾਂ ਦੇ ਨਾਲ। ਇੱਧਰ ਸਤਿਗੁਰੂ ਮਹਾਰਾਜ ਜੀ ਦੇ ਕੋਲੇ 40 ਸਿੰਘ ਨੇ ਤੇ ਉਧਰ ਮਹਾਰਾਜ ਜੀ 10 ਲੱਖ ਦਾ ਜ਼ਿਕਰ ਕਰਦੇ ਹੈ ਕਿ 10 ਲੱਖ ਫੌਜਾਂ ਗੁਰੂ ਮਹਾਰਾਜ ਜੀ ਦੇ ਉੱਪਰ ਚੜ੍ਹ ਕੇ ਆਈਆਂ ਨੇ। ਜਿਵੇਂ ਆਪਸ ਦੇ ਵਿੱਚ ਬੜਾ ਭਾਰੀ ਜੰਗ ਹੋਵੇਗਾ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਸੋ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੇ ਅੰਦਰ ਜੁੜੇ ਹੋਏ ਹੋ, ਗੁਰ ਇਤਿਹਾਸ ਗੁਰੂ ਵਿਚਾਰਾਂ ਸ਼ਰਵਣ ਕੀਤੀਆਂ ਹਨ। ਦਾਸ ਤੋਂ ਕਥਾ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਸੰਗਤ ਗੁਰੂ ਕਾ ਖਾਸ ਰੂਪ ਹੋ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗੋ ਜੀ ਬਖਸ਼ ਲੈਣਾ। ਆਓ ਕੁਝ ਕੁ ਸਮੇਂ ਵਾਸਤੇ ਆਪਾਂ ਮੂਲ ਮੰਤਰ ਦੇ ਜਾਪ ਦੇ ਵਿੱਚ ਜੁੜੀਏ। ਭਾਈ ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੀਆਂ ਸੰਗਤਾਂ ਨੇ ਬੁਲੰਦ ਆਵਾਜ਼ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਨਾ। ਸਾਰੇ ਜਪੋ ਜੀ। ਇੱਕ ਓੰਕਾਰ ਸਤਿਨਾਮ